ਸਤਿ ਸ਼੍ਰੀ ਅਕਾਲ ਨਮਸਕਾਰ ਪੰਜਾਬ ਸਟਾਰ ਟੀਵੀ ਤੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ। ਕੈਨੇਡਾ ਨਿਊਜ਼ 'ਚ ਵੀ ਸਭ ਦਾ ਸਵਾਗਤ ਹੈ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਅਗਲੇ ਹਫਤੇ ਤੋਂ ontario ਦੇ ਵਿੱਚ ਖੁੱਲ੍ਹਣ ਜਾ ਰਹੇ ਨੇ ਛੋਟੇ ਬਿਜ਼ਨਸ ਅਦਾਰੇ। ਐਸੋਸੀਏਟ ਮਿਨਿਸਟਰ ਪ੍ਰਭਮੀਤ ਸਰਕਾਰੀਆ ਨੇ ਮਦਦ ਲਈ ਵਧਾਇਆ ਹੱਥ ਅੱਗੇ। ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ तमाम ਜਨਤਕ ਸਮਾਗਮ 31 ਅਗਸਤ ਤੱਕ ਕੀਤੇ ਗਏ ਨੇ ਰੱਦ। 25,000 ਦੀ ਗੈਦਰਿੰਗ ਵਾਲੇ ਤਿਉਹਾਰਾਂ ਨਾਲ ਸੰਬੰਧਿਤ ਪ੍ਰੋਗਰਾਮ ਅਤੇ ਪਰੇਡਸ ਉੱਪਰ ਲਗਾਈ ਗਈ ਹੈ ਪਾਬੰਦੀ। ਪੰਜਾਬੀ ਫੂਡ ਸੇਵਾ ਵੱਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ। ਮਾਰਚ ਮਹੀਨੇ ਤੋਂ ਨਿਰੰਤਰ ਪਹੁੰਚਾਈ ਜਾ ਰਹੀ ਹੈ ਗਰੋਸਰੀ। ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਦੀ ਸਹਾਇਤਾ ਵਿੱਚ ਜੁਟੀਆਂ ਹੋਈਆਂ ਨੇ। ਪੰਜਾਬੀ ਫੂਡ ਸੇਵਾ ਵੱਲੋਂ ਵੀ ਮਾਰਚ ਮਹੀਨੇ ਤੋਂ ਲਗਾਤਾਰ ਗਰੋਸਰੀ ਦੀ ਸੇਵਾ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਅਨੁਸਾਰ ਵੇਅਰ ਹਾਊਸ ਵਿੱਚ ਜ਼ਰੂਰੀ ਵਸਤਾਂ ਦੀ ਪੈਕਿੰਗ ਵਲੰਟੀਅਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਲੋੜਵੰਦਾਂ ਤੱਕ ਸਮਾਨ ਪਹੁੰਚਾ ਦਿੱਤਾ ਜਾਂਦਾ ਹੈ। ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਜਿਵੇਂ ਤੁਹਾਨੂੰ ਪਤਾ ਕੋਵਿਡ-19 ਵਰਗੀ ਇੱਕ ਜਿਹੜੀ ਕਰੋਨਾ ਵਰਗੀ ਬਿਮਾਰੀ ਨੇ ਜਿੱਥੇ ਦੁਨੀਆ ਦੇ ਵਿੱਚ ਕਹਿਰ ਮਚਾਇਆ, ਉੱਥੇ ਆਪਾਂ ਪੰਜਾਬੀਆਂ ਨੇ 20 ਮਾਰਚ ਨੂੰ ਬਾਬੇ ਨਾਨਕ ਦਾ ਚਲਾਇਆ 20 ਰੁਪਏ ਦਾ ਲੰਗਰ, ਜੋ ਕਿ 20 ਮਾਰਚ ਨੂੰ ਸ਼ੁਰੂ ਕੀਤਾ ਸੀ 2020 'ਚ, ਅਤੇ ਅੱਜ ਆਪਾਂ ਮਈ ਦੇ ਵਿੱਚ ਐਂਟਰ ਕਰ ਚੁੱਕੇ ਹਾਂ। ਅਤੇ ਤੁਸੀਂ ਇੱਕ ਤੁਹਾਨੂੰ ਮੈਂ ਬੇਨਤੀਆਂ ਕਰਨੀ ਸੀ ਵੀ ਜੇ ਕੋਈ ਵੀ ਤੁਸੀਂ ਲੋੜਵੰਦ ਨੂੰ ਜਾਣਦੇ ਹੋ ਤਾਂ ਤੁਸੀਂ ਸਾਡੇ ਨਾਲ ਉਹਨਾਂ ਦਾ ਸੰਪਰਕ ਕਰੋ ਪੰਜਾਬੀ ਫੂਡ ਸੇਵਾ 'ਤੇ, ਜਾਂ ਤੁਸੀਂ ਕੋਈ ਤਿਲ ਫੁੱਲ ਜਾਂ ਤੁਸੀਂ ਕੋਈ ਡੋਨੇਸ਼ਨ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ 7050 ਟੈਲੀਫੋਨ ਵੇ 'ਤੇ ਕਰ ਸਕਦੇ ਹੋ। ਸਾਡਾ ਫ਼ੋਨ ਨੰਬਰ 416 666 0020 416 666 0020। ਅਤੇ ਪੰਜਾਬੀ ਫੂਡ ਸੇਵਾ ਆਪਾਂ ਨਾਮ ਤਾਂ ਰੱਖਿਆ ਤਾਂ ਜੋ ਜਿਹੜੇ ਵੀ ਪੰਜਾਬੀ ਬੋਲਦੇ ਆ ਸੁਣਦੇ ਆ ਅਤੇ ਜਦੋਂ ਸਾਡੇ ਕੋਲ ਕੋਈ ਫੂਡ ਲੈਣ ਆਉਂਦਾ ਵਾ, ਅਸੀਂ ਉਹਨੂੰ ਇਹ ਨਹੀਂ ਪੁੱਛਦਾ ਵੀ ਤੇਰੇ ਕਿਹੜੀ ਜਾਤ ਆ, ਤੇਰੇ ਕਿਹੜਾ ਧਰਮ ਆ, ਤੂੰ ਕਿਹੜੀ ਬੋਲੀ ਬੋਲਦਾ। ਬਸ ਅਸੀਂ ਇਹ ਕਹੀਦਾ ਵੀ ਇਹ ਲੋੜਵੰਦਾਂ ਲਈ ਆ, ਜਿਹੜਾ ਵੀ ਨੀਡੀ ਪੀਪਲ ਆ ਉਹਨੂੰ ਅਸੀਂ ਫੂਡ ਦੇਈਦਾ। ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦਾ ਫੂਡ ਪਿਆ ਵਾ। ਜਿਵੇਂ ਅਸੀਂ ਪੰਜਾਬੀ ਫੂਡ ਸੇਵਾ ਮਾਰਚ ਮਹੀਨੇ ਤੋਂ ਜਦੋਂ ਦਾ ਕਰੋਨਾ ਮਹਾਮਾਰੀ ਸਟਾਰਟ ਹੋਈ ਆ ਉਦੋਂ ਤੋਂ ਅਸੀਂ ਲੱਗੇ ਹੋਏ ਆ ਇਸ ਵਲੰਟੀਅਰ ਵਰਕ ਦੇ ਵਿੱਚ, ਅਤੇ ਅਸੀਂ ਸਾਰੇ ਰਲ ਮਿਲ ਪੰਜਾਬੀ ਵੀਰਾਂ ਭੈਣਾਂ ਨੇ ਰਲ ਮਿਲ ਜੋ ਇਹ ਉਦਮ ਚੱਕਿਆ, ਸਭ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ। ਅਤੇ ਸਾਡੇ ਕੋਲ ਜਿਵੇਂ ਅਸੀਂ ਹਰ ਇੱਕ ਵੀਕਐਂਡ ਦੀ ਤਰ੍ਹਾਂ ਸਟੋਰਾਂ ਦੇ ਬਾਹਰ ਖੜ੍ਹਦੇ ਹਾਂ ਅਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ। ਸਾਡੇ ਸਾਰੇ ਵੀਰ ਨਾਲੇ ਸਾਨੂੰ ਜਿੱਥੇ ਆਪਣਾ ਸਾਨੂੰ ਡੋਨੇਸ਼ਨ ਦਿੰਦੇ ਆ ਨਾਲੇ ਸਾਨੂੰ ਅਸੀਸਾਂ ਦੇ ਕੇ ਜਾਂਦੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਅਤੇ ਅਸੀਂ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ। ਧੰਨਵਾਦ ਜੀ। ਬਰੈਂਪਟਨ ਦੇ ਵਿੱਚ ਬਹੁਤ ਸਾਰੇ ਲੋਕ ਸਟੇਟ ਆਫ ਐਮਰਜੈਂਸੀ ਦੇ ਚੱਲਦਿਆਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ, ਜਿਸ ਕਾਰਨ ਬਹੁਤ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਨੇ ਅਤੇ ਬਹੁਤ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ। 28 ਚਾਰਜ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਗਾਏ ਗਏ ਨੇ। 5 ਚਾਰਜ ਪਾਰਕਿੰਗ ਲਾਟ ਗੈਦਰਿੰਗ ਕਾਰਨ ਲੱਗੇ ਨੇ ਤੇ 6 ਵਿਰੁੱਧ ਗੈਰ ਜ਼ਰੂਰੀ ਕੰਸਟਰਕਸ਼ਨ ਕੰਮ ਕਰਕੇ ਦੋਸ਼ ਫਰੇਮ ਕੀਤੇ ਗਏ ਨੇ। There were 28 charges laid between May 5th and May 11th, all charges under the Emergency Management and Civil Protection Act. This past week, there were 230 complaints for residential and social gatherings received through the call center, resulting in 12 charges being laid. 5 charges were related to another parking lot gathering, and 3 charges at 3 different parks for using equipment, which I remind you still remain closed. And as a mom of 5, I know how difficult it is to keep kids off of the play structures when going for your walks, but please remember it's for all of our safety. This past week, 6 charges were for non-essential contract work being completed, including kitchen and bathroom renovations. And we had 1 large supermarket that was charged for not following governmental regulations surrounding social distancing while operating their essential business. This is the first charge laid against a corporation, and after officers had educated and cautioned the store management about the breaches. Look, if you don't want to pay the fine, don't do the crime. Enforcement and bylaw services take complaints seriously, because all levels of government have communicated these rules widely across this community, so there's no excuse why any business is not familiar with these requirements. The light is at the end of the COVID-19 tunnel. ontario ਦੇ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਾਰੇ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਫੂਡ ਔਨ ਟੇਬਲ ਲਈ ਕੰਮ ਕਰਨ ਵਾਲਿਆਂ ਦਾ ਵੀ ਥੈਂਕ ਯੂ ਹੈ। ਜਿਨ੍ਹਾਂ ਕਿਹਾ ਕਿ 2 ਮਹੀਨਿਆਂ ਦੇ ਬਾਅਦ ਕੁਝ ਬਿਜ਼ਨਸ ਅਗਲੇ ਹਫਤੇ ਓਪਨ ਹੋਣ ਜਾ ਰਹੇ ਨੇ। ਉਹਨਾਂ ਕਿਹਾ ਕਿ
ਬਿਜ਼ਨੈਸਸ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਮਦਦ ਲਈ ਵੀ ਸਰਕਾਰ ਤਿਆਰ ਹੈ ਅਤੇ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਨੇ। ਸਰਕਾਰੀਆ ਨੇ ਕਿਹਾ ਹੈ ਕਿ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਦੀ ਘਾਟ ਨਾਲ ਜੂਝ ਰਹੇ ਬਿਜ਼ਨਸਮੈਨ ਸਰਕਾਰ ਦੀ ਵੈਬਸਾਈਟ ਉੱਪਰ ਜਾ ਕੇ ਸਹਾਇਤਾ ਲੈ ਸਕਦੇ ਨੇ। What's been clear throughout this pandemic is the importance of all of us as Ontarians working together in the fight against COVID-19. This, of course, includes our dedicated heroes, those serving on the front lines in our healthcare system. But it also includes those who ensure we have food on our tables and the products we need in our day-to-day lives. In the last few months, many people have called, texted, and emailed us expressing concerns about whether the essentials would be on the store shelves. Well, I want to say thank you to those that are part of the enormous and complex supply chains that keep us healthy and connected. Thank you to those working from farm to table to keep us fed. Thank you to the thousands of Ontarians who've clocked into work each day. Next week, after almost 2 months of closed doors, when you see a gradual opening of Main Street, remember to say thank you by shopping local and helping your community rebound and thrive. Lastly, to the businesses preparing to reopen safely, we are here to help. Along with our Safety Association partners, we have created nearly 90 guidelines to prepare workplaces for the new environment and better protect staff and consumers. If you're having trouble finding enough personal protective equipment or safety supplies for your business, please visit our website at ontario.ca/PPE to help connect you with vendors who can help. ontario ਦੀ ਐਸੋਸੀਏਟ ਹੈਲਥ ਅਧਿਕਾਰੀ ਡਾਕਟਰ ਯਾਫੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 21,922 ਕੋਵਿਡ-19 ਦੇ ਕੇਸਾਂ ਦੀ ਗਿਣਤੀ ਹੋ ਗਈ ਹੈ ਤੇ 428 ਕੇਸ ਬੀਤੇ ਦਿਨ ਸਾਹਮਣੇ ਆਏ ਨੇ। ਉਹਨਾਂ ਆਖਿਆ ਕਿ ਬੀਤੇ ਦਿਨ 341 ਕੇਸ ਹੀ ਆਏ ਨੇ ਪਰ ਪਰਸੋਂ ਦੇ 87 ਕੇਸ ਜੋ ਕਿ ਰਜਿਸਟਰਡ ਨਹੀਂ ਹੋਏ ਸਨ ਉਹਨਾਂ ਨੂੰ ਵੀ ਅੱਜ ਵਿੱਚ ਹੀ ਸ਼ਾਮਲ ਕਰ ਦਿੱਤਾ ਗਿਆ ਹੈ। ਉਹਨਾਂ ਅਨੁਸਾਰ 16,641 ਓਨਟਾਰੀਅਨ ਕੋਵਿਡ-19 ਨੂੰ ਹਰਾ ਚੁੱਕੇ ਨੇ ਅਤੇ 179 ICU 'ਚ ਨੇ। ਬੀਤੇ ਦਿਨ 27 ਦੀ ਮੌਤ ਵੀ ਹੋਈ ਹੈ। Today we have a total of 21,922 cases, confirmed cases of COVID-19 reported in Ontario. This is an increase of 428 cases over yesterday's report. That said, due to a data upload issue, yesterday we actually missed 87 cases. And while they're captured in today's update of 428 cases, I'm going to present to you the real day-over-day numbers. So yesterday we actually had 345 new cases, which was a 1.6% increase over the day before. And today we have 341 new cases, which is again 1.6% increase. Of our cases, 57% are women, almost 43% are 60 years of age and older, and 62.5% are people who reside in the Greater Toronto Area. Good thing is we continue to see more and more Ontarians recovering and resolving. At this point, 76% or 16,641 of our cases are considered resolved. Currently, there are 986 people in hospital, and of those, 179 are in ICU, and 135 are on a ventilator. So these numbers are going down. Sadly, we do continue to see deaths related to COVID-19. To date, 1,825 deaths have been reported, representing an increase of 27 deaths from the last report. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਿਜ਼ਨਸ ਅਦਾਰਿਆਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਵੇਜ ਸਬਸਿਡੀ ਅਗਸਤ ਤੱਕ ਵਧਾ ਦਿੱਤੀ ਗਈ ਹੈ ਜੋ ਕਿ ਜੂਨ ਦੇ ਪਹਿਲੇ ਹਫ਼ਤੇ ਖਤਮ ਹੋਣੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਖਿਆ ਕਿ ਰਿਸਰਚ ਅਤੇ ਰਿਸਰਚ ਇੰਸਟੀਚਿਊਟ ਕੈਨੇਡਾ ਲਈ ਬਹੁਤ ਅਹਿਮ ਨੇ, ਇਸ ਲਈ ਇਹਨਾਂ ਦਾ ਖਿਆਲ ਰੱਖਣ ਲਈ ਸਰਕਾਰ ਵੱਲੋਂ $450 ਮਿਲੀਅਨ ਐਲਾਨੇ ਗਏ ਨੇ। This morning, I can confirm that we will extend the Canada Emergency Wage Subsidy by another 3 months to the end of August. Business owners, please take confidence from this announcement. You now have some runway to catch your breath as you get restarted, so please bring back your employees. Going forward, we need to make sure that this program keeps working for people,
that it keeps encouraging employers to rehire staff and even expand where possible. So over the next month, we'll work with business and labor stakeholders on any adjustments that might be needed. One of the things we'll be looking at is the 30% revenue decline threshold for eligibility. As businesses start up, needing a decline shouldn't be a barrier to growth. I know we'll figure out solutions where needed while continuing to support employers and employees, because that's who this is all about. Science and research is our door to a brighter future, and that has never been clearer. But because of the pandemic, many labs have closed or are at risk of imminently closing. So understandably, people are worried about their jobs and their future. So today, we are announcing $450 million to help researchers and research institutions bridge to better times. For universities and affiliated research institutes that have been affected by this pandemic, we will provide temporary support on wages. By delivering this money through federal granting agencies, we will get help out as quickly as possible to the people who need it. ਕੋਵਿਡ-19 ਦੇ ਮੱਦੇਨਜ਼ਰ ਜਿੱਥੇ ਸਭ ਕੁਝ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਸ਼ਹਿਰ ਵਿੱਚ ਤਿਉਹਾਰਾਂ ਅਤੇ ਪਰੇਡਸ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਨੇ, ਜਿਸ ਵਿੱਚ ਉਹਨਾਂ ਦੱਸਿਆ ਹੈ ਕਿ 25,000 ਤੱਕ ਦੀ ਗੈਦਰਿੰਗ ਵਾਲੇ तमाम ਸਮਾਗਮ 31 ਅਗਸਤ ਤੱਕ ਰੱਦ ਹੋਣਗੇ। ਉਹਨਾਂ ਕਿਹਾ ਹੈ ਕਿ ਇਹ ਫੈਸਲਾ ਹੈਲਥ ਆਫ ਅੰਟਾਰੀਓ ਦੀ ਸਹਾਇਤਾ ਦੇ ਨਾਲ ਹੀ ਲਿਆ ਗਿਆ ਹੈ। ਸਿਟੀ ਕਲਚਰਲ ਫੈਸਟੀਵਲ ਰਿਕਵਰੀ ਪ੍ਰੋਗਰਾਮ ਰਾਹੀਂ ਇਹਨਾਂ ਦੀ ਵਿੱਤੀ ਸਹਾਇਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਟੀ ਵੱਲੋਂ ਸਮਰ ਪ੍ਰੋਗਰਾਮ ਤੇ ਸਮਰ ਪਲਾਨ ਰੱਦ ਕਰ ਦਿੱਤੇ ਗਏ ਨੇ ਤੇ ਸਭ ਦੇ ਪੈਸੇ ਵਾਪਸ ਕੀਤੇ ਜਾਣਗੇ। Now, while city staff have been working hard to try to find a way forward when it comes to our city recreational programs for the summer, it has become all too clear that the programs as originally planned cannot go forward in our new COVID-19 reality. Today, we are announcing with great regret that all planned summer camps and summer recreation programs will be cancelled based on the advice of our public health professionals. Refunds will be issued immediately to all of those who have pre-registered, and all fees should be returned in the coming weeks. At my request, city staff are working on a plan for modified recreation programs that could be offered for a smaller number of children starting as early as mid-July. And this would be subject to two important conditions. First, we must see continued improvement beyond where we are today in the COVID-19 public health numbers for Toronto. And second, the provincial order, which would at present preclude such programs, would have to be modified or lifted. Any such modified program would only proceed after a rigorous review by public health officials and their sign-off. ਸੋ ਖਬਰਾਂ ਦਾ ਇਹ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦੇ ਲਈ ਬਣੇ ਰਹੋ ਪੰਜਾਬ ਸਟਾਰ ਟੀਵੀ ਦੇ ਨਾਲ। ਧੰਨਵਾਦ।